एक लड़की बेटी है कोई 25-26 साल की उम्र है जी, वो मेरे को इत्थे लैके आए साडे मनोरंजन केंद्र दे विच। ਉਹ ਜਦੋਂ ਲੈ ਕੇ ਉਹਦੇ ਜੁੰਡੇ ਖੁੱਲੇ ਮਤਲਬ ਕੱਪੜੇ ਮੈਲੇ ਜੇ ਬਿਲਕੁਲ ਬੇਹਾਲ, ਉਹ ਸਿਰ ਘੁਮਾਉਂਦੀ ਹੁੰਦੀ ਹੈ, ਚੀਕਾਂ ਮਾਰਦੀ ਆਉਂਦੀ ਹੈ ਅਤੇ ਊਲ ਜਲੂਲ ਜਿਹਾ ਉਹ ਬੋਲੀ ਜਾਂਦੀ ਹੈ। ਉਹ ਲੈ ਕੇ ਮੇਰੇ ਕੋਲ ਆ ਗਏ, ਉਹਦੇ ਨਾਲ ਉਹਦਾ ਕੁੜੀ ਦਾ ਮੰਮੀ ਡੈਡੀ ਸੀਗੇ ਅਤੇ ਆ ਕੇ ਬਹਿ ਕੇ ਜਦੋਂ ਮੈਂ ਉਹਨਾਂ ਨਾਲ ਗੱਲਬਾਤ ਕੀਤੀ, ਕੁੜੀ ਨੂੰ ਅੱਡ ਬਿਠਾਤਾ, ਉਹਨਾਂ ਨੂੰ ਅੱਡ ਬਿਠਾ ਕੇ ਗੱਲਬਾਤ ਮੈਂ ਪੁੱਛੀ ਅਤੇ ਉਹ ਕਹਿੰਦੇ ਜੀ ਇਹਨੂੰ ਕੋਈ ਕਸਰ ਹੁੰਦੀ ਹੈ। नमस्कार दोस्तों, मैं हरदेव कमल ਤੇ ਤੁਸੀਂ ਜੁੜੇ ਹੋ ਬੁਢਲਾਡਾ ਸਿਟੀ ਰੇਡੀਓ ਤੇ। ਦੋਸਤੋ, ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਲਈ ਜਾਣਕਾਰੀਆਂ ਭਰਪੂਰ ਵੀਡੀਓਜ਼ ਲੈ ਕੇ ਆਈਏ। ਤਾਂ ਅੱਜ ਜਿਸ ਵਿਸ਼ੇ ਤੇ ਅਸੀਂ ਗੱਲ ਕਰਾਂਗੇ ਉਹ ਹੈ ਕਸਰ। ਤੁਹਾਨੂੰ ਪਤਾ ਕਿ ਅਕਸਰ ਸਾਡੇ ਪਿੰਡਾਂ ਦੇ ਵਿੱਚ ਜਾਂ ਸਾਡੇ ਆਸ-ਪਾਸ ਮਾਹੌਲ ਦੇ ਅਸੀਂ ਦੇਖਦੇ ਹਾਂ ਕਿ ਗੱਲ ਕਰਦੇ ਹਾਂ ਕਿ ਹਾਂ ਜੀ ਫਲਾਂ ਨੂੰ ਕਸਰ ਹੋ ਗਈ ਜੀ, ਉਹਦੇ ਵਿੱਚ ਅਸਰ ਆ ਗਿਆ ਜੀ, ਜਾਂ ਉਹਦੇ 'ਚ ਪਰਾਈ ਆਤਮਾ ਆ ਗਈ ਜੀ, ਜਾਂ ਭੂਤ ਆ ਗਿਆ ਜੀ। ਇਹ ਭੂਤ ਪ੍ਰੇਤ ਕਸਰ ਅਸਰ ਇਹ ਅਸਲ 'ਚ ਕੀ ਹੁੰਦਾ, ਕਿਉਂ ਹੁੰਦਾ, ਕੀ ਕਾਰਨ ਨੇ? ਇਹਨਾਂ ਸਾਰਿਆਂ ਦੀ ਜਾਣਕਾਰੀ ਲੈਣ ਵਾਸਤੇ, ਇਹਨਾਂ ਸਾਰੇ ਸਵਾਲਾਂ ਦੀ ਜਾਣਕਾਰੀ ਲੈਣ ਵਾਸਤੇ ਮੇਰੇ ਨਾਲ ਨੇ ਜਸਵੀਰ ਸੋਨੀ ਜੀ। ਜਸਵੀਰ ਜੀ, ਬਹੁਤ ਬਹੁਤ ਸਵਾਗਤ। ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਚੈਨਲ ਦਾ ਔਰ ਤੁਹਾਡੇ ਸਾਰੇ ਦਰਸ਼ਕਾਂ ਨੂੰ ਜੀ। ਤਾਂ ਦੋਸਤੋ, ਇਹ ਕਸਰ ਕੀ ਹੁੰਦੀ ਹੈ, ਕਿੰਨਾ ਹਾਲਾਤਾਂ 'ਚ ਹੁੰਦੀ ਹੈ, ਕਿੰਨਾਂ ਨੂੰ ਹੁੰਦੀ ਹੈ ਔਰ ਕੀ ਇਹਦਾ ਇਲਾਜ ਹੁੰਦਾ ਹੈ ਔਰ ਅਸਲ ਇਹਦਾ ਸੱਚ ਕੀ ਹੈ, ਇਹ ਜਾਣਾਂਗੇ ਆਪਾਂ ਸੋਨੀ ਜੀ। ਇਹ ਦੱਸੋ ਬੇਸਿਕਲ ਅਗਰ ਆਪਾਂ ਗੱਲ ਕਰਨੀ ਹੋਵੇ ਤਾਂ ਕਸਰ ਹੁੰਦੀ ਕੀ ਹੈ? ਕਸਰ ਜੇ ਤਾਂ ਆਪਾਂ ਉੱਦਾਂ ਕਸਰ ਦੇ ਸ਼ਬਦਾਂ ਵਾਲੇ ਪਾਸੇ ਜਾਈਏ ਤਾਂ ਆਪਾਂ ਜਿਵੇਂ ਕਹਿੰਦੇ ਨਾ ਵੀ ਕਿਸੇ ਚੀਜ਼ ਦੇ ਵਿੱਚ ਮੰਨ ਲਓ ਦਾਲ ਧਰੀ ਹੋਈ ਹੈ ਚੁੱਲ੍ਹੇ ਦੇ ਉੱਤੇ, ਆਪਾਂ ਕਹਿੰਦੇ ਦਾਲ ਬਣ ਗਈ ਤਾਂ ਘਰ ਦੇ ਜਿਹੜਾ ਰਸੋਈ 'ਚ ਹੁੰਦੇ ਉਹ ਕਹਿੰਦੇ ਨਹੀਂ ਜੀ ਥੋੜ੍ਹੀ ਜਿਹੀ ਕਸਰ ਹੈ। ਇੱਕ ਤਾਂ ਕਸਰ ਉਹ ਹੋ ਗਈ, ਠੀਕ ਹੈ। ਉਹ ਕਸਰ ਦਾ ਮਤਲਬ ਕਾਰਨ, ਉਹਦਾ ਮੇਨ ਬੇਸਿਕ ਜਿਹੜਾ ਕਾਰਨ ਹੈ ਕਿ ਘਾਟ ਹੈ, ਕੋਈ ਕਮੀ ਹੈ, ਅਤੇ ਇਹੀ ਚੀਜ਼ ਇਹਦੇ ਵਿੱਚ ਇਹਨੂੰ ਜਿਹੜਾ ਕਸਰਾਂ ਦਾ ਨਾਮ ਦਿੱਤਾ, ਉੱਥੇ ਵੀ ਕਿਤੇ ਨਾ ਕਿਤੇ ਕੋਈ ਕਮੀ ਹੈ, ਕੋਈ ਘਾਟ ਹੈ, ਕਿਸੇ ਸਮੱਸਿਆ ਦਾ ਕੋਈ ਮਤਲਬ, ਯਾਨੀ ਕਿ ਸ਼ਬਦ ਕਸਰ ਤੇ ਜਾਈਏ ਤਾਂ ਮਤਲਬ ਘਾਟ ਹੁੰਦਾ, ਘਾਟ ਹੈ, ਕੋਈ ਨਾ ਕੋਈ ਕਮੀ ਹੈ ਜੀ ਇਸ ਸ਼ਬਦ ਦੇ ਦਿੱਤੇ ਜੀ। ਤੇ ਉਹ ਹੁਣ ਇਸ ਨੂੰ ਜੋੜਿਆ ਜਾਂਦਾ ਤਰੀਕੇ ਨਾਲ ਵੀ ਆਤਮਾ ਆ ਗਈ, ਪਰਾਈ ਆਤਮਾ ਆ ਗਈ, ਉਹ ਭੂਤਾਂ ਪ੍ਰੀਤਾਂ ਨਾਲ ਲੜਦੀ ਕਸਰ ਹੋ ਗਈ, ਓਪਰੀ ਕਸਰ ਹੋ ਗਈ, ਓਪਰੀ ਕਸਰ ਜੇ ਮਤਲਬ ਜਾਂ ਅਸਰ ਆ ਗਿਆ ਜੀ, ਅਸਰ ਆ ਗਿਆ ਇਹਦੇ ਵਿੱਚ ਲਿਆ ਕੇ। ਅਸਰ ਉਸ ਚੀਜ਼ ਨੂੰ ਕਹਿੰਦੇ ਜਦੋਂ ਮਤਲਬ ਸਿਰ ਘੁਮਾਉਣ ਲੱਗ ਜਾਂਦੇ ਆ, ਜ਼ੋਰ ਜ਼ੋਰ ਦੀ ਚੀਕਾਂ ਮਾਰਨ ਲੱਗ ਜਾਂਦੇ, ਬੋਲਣ ਲੱਗ ਜਾਂਦੀ ਚੀਜ਼, ਮਤਲਬ ਆਵਾਜ਼ਾਂ ਕੱਢਣ ਲੱਗ ਜਾਂਦਾ ਹੈਗਾ ਬੰਦਾ, ਅਤੇ ਉਹਨੂੰ ਫਿਰ ਅਸਰ ਕਹਿ ਦਿੰਦੇ ਨੇ। ਇਹ 'ਚ ਇਹ ਚੀਜ਼ ਦਾ ਅਸਰ ਆ ਗਿਆ, ਕਿਸੇ ਦਾ ਭੂਤ ਦਾ ਅਸਰ ਆ ਗਿਆ, ਪ੍ਰੇਤ ਦਾ ਅਸਰ ਆ ਗਿਆ, ਜਾਂ ਕਿਸੇ ਹੋਰ ਚੀਜ਼ ਦਾ ਅਸਰ ਆ ਗਿਆ, ਉਹਨੂੰ ਅਸਰ ਕਹਿ। ਤਾਂ ਕੀ ਇਹ ਫਿਰ ਫੰਡਾ ਇਹ ਕੁਛ ਨਹੀਂ ਸਰ, ਅਸਲ ਦੇ ਵਿੱਚ ਇਹ ਇੱਕ ਮਾਨਸਿਕ ਰੋਗ ਨੇ। ਤਖ਼ਤ ਸਿਟੀ ਪੰਜਾਬ ਜਦੋਂ 1984 ਤੋਂ ਹੋਣ ਤੋਂ ਬਣੀ ਹੈ, ਤਾਂ ਉਦੋਂ ਸਾਡੇ ਸਾਹਮਣੇ ਇਹ ਵੀ ਇੱਕ ਸਮੱਸਿਆ ਸੀਗੀ ਵੀ ਜੇ ਤੁਸੀਂ ਕਹਿੰਦੇ ਵੀ ਭੂਤਾਂ ਪ੍ਰੇਤਾਂ ਨਹੀਂ ਹੁੰਦੀਆਂ, ਫਿਰ ਜਿਹੜੀਆਂ ਕਸਰਾਂ ਹੁੰਦੀਆਂ ਨੇ ਜਾਂ ਜਿਹੜੇ ਅਸਰ ਆਪਾਂ ਗੱਲ ਕਰਕੇ ਹਟਿਆ ਇਹ ਹੁੰਦੇ, ਫਿਰ ਇਹ ਕਿਉਂ ਹੁੰਦੇ ਆ, ਫਿਰ ਇਹਨਾਂ ਠੀਕ ਕਰਕੇ ਦਿਖਾਓ ਤੁਸੀਂ, ਅਤੇ ਉਹਨਾਂ ਕੋਲ ਜਾ ਕੇ ਕਿਵੇਂ ਠੀਕ ਹੋ ਜਾਂਦੇ ਆ। ਉਹ ਫਿਰ ਅਸੀਂ ਉਹਨਾਂ ਨੂੰ ਮਤਲਬ ਠੀਕ ਕਰਨ ਦਾ ਜਿਹੜਾ ਸੀਗਾ ਅਸੀਂ ਸ਼ੁਰੂਆਤ ਕੀਤੀ ਜੀ। ਹਾਲਾਂਕਿ ਸ਼ੁਰੂਆਤ ਇਹ ਜਦੋਂ ਉਸ ਤੋਂ ਪਹਿਲਾਂ ਹੀ ਹੋ ਗਈ ਸੀਗੀ ਇਹ, ਕਿਉਂਕਿ ਇਹਦਾ ਵਿਗਿਆਨਕ ਆਧਾਰ ਪਿਆ ਸੀਗਾ, ਅਤੇ ਫਿਰ ਅਸੀਂ ਉਹਨਾਂ ਨੂੰ ਮਤਲਬ ਜਦੋਂ ਕੇਸਾਂ ਨੂੰ ਹੱਲ ਕਰਨਾ ਸ਼ੁਰੂ ਕੀਤਾ ਤਾਂ ਸਾਡੇ ਕੋਲ ਫਿਰ ਬਹੁਤ ਸਾਰੇ ਕੇਸ ਆਉਂਦੇ ਰਹੇ ਆ। ਲਗਾਤਾਰ ਅਸੀਂ ਕੇਸ ਜਿਹੜੇ ਆ ਉਹ ਹੱਲ ਕਰਦੇ ਹਾਂ। ਤਖ਼ਤ ਸਿਟੀ ਪੰਜਾਬ ਦੇ ਵਿੱਚ ਹਰੇਕ ਥਾਂ ਕੇਂਦਰ ਬਣੇ ਹੋਏ ਆ, ਆਪਣਾ ਇੱਥੇ ਬੁਢਲਾਡੇ ਦੇ ਵਿੱਚ ਵੀ ਕੇਂਦਰ ਹੈਗਾ। ਮੈਨੂੰ ਵੀ ਤਕਰੀਬਨ ਕੋਈ 24-25 ਸਾਲ ਹੋ ਗਏ ਇਹ ਮਸਲਿਆਂ ਨੂੰ ਹੱਲ ਕਰਦੇ, ਅਤੇ ਇਹ ਮਸਲਿਆਂ ਦੇ ਪਿੱਛੇ ਅੱਜ ਤੱਕ ਸਾਨੂੰ ਮਤਲਬ ਇਹੋ ਜਿਹਾ ਕੁਛ ਨਹੀਂ ਲੱਭਿਆ ਸਰ। ਉਹਦੇ ਵਿੱਚ ਕੋਈ ਨਾ ਕੋਈ ਆਪਾਂ ਜਿਵੇਂ ਸਟਾਰਟਿੰਗ ਲੱਗੀ ਸੀ ਕਸਰ ਹੀ ਹੁੰਦੀ ਹੈ, ਯਾਨੀ ਕੋਈ ਨਾ ਕੋਈ ਘਾਟ, ਕੋਈ ਕਮੀ, ਕੋਈ ਸਮੱਸਿਆ ਹੁੰਦੀ ਹੈ। ਅਸਲ ਵਿੱਚ ਇਹ ਹੈਗੇ ਨੇ ਮਾਨਸਿਕ ਰੋਗ। ਅਤੇ ਜਦੋਂ ਸਮਾਜ ਦੇ ਵਿੱਚ ਕੋਈ ਵਿਅਕਤੀ, ਚਾਹੇ ਉਹ ਪਰਿਵਾਰ ਵੱਲੋਂ, ਚਾਹੇ ਉਹ ਆਲੇ ਦੁਆਲੇ ਵੱਲੋਂ, ਸਮਾਜ ਵੱਲੋਂ, ਚਾਹੇ ਸਿਸਟਮ ਵੱਲੋਂ, ਕਿਸੇ ਵੀ ਤਰੀਕੇ ਦੇ ਵਿੱਚ ਉਹ ਦਿਮਾਗੀ ਤੌਰ 'ਤੇ ਪ੍ਰਤਾੜਿਤ ਹੁੰਦਾ ਹੈ, ਪਰੇਸ਼ਾਨ ਹੁੰਦਾ ਹੈ, ਤਾਂ ਉਹ ਦਿਮਾਗੀ ਤੌਰ 'ਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ। ਉਹਦੇ ਦਿਮਾਗ 'ਤੇ ਇੰਨਾ ਪ੍ਰੈਸ਼ਰ ਬਣ ਜਾਂਦਾ ਕਿ ਉਹ ਫਿਰ ਊਲ ਜਲੂਲ ਜਾਂ ਬੋਲਣ ਲੱਗ ਗਿਆ, ਹੋਰ ਕਰਨ ਲੱਗ ਗਿਆ, ਕੁਛ ਉਹਨੇ ਖਾਣਾ ਪੀਣਾ ਛੱਡਤਾ, ਸੌਣਾ ਛੱਡਤਾ, ਜਾਂ ਹੋਰ ਇੱਦਾਂ ਦਾ ਕੁਛ ਹਰਕਤਾਂ ਕਰਨ ਲੱਗ ਗਿਆ ਜਿਹੜੀਆਂ ਕੋਈ ਨੋਰਮਲ ਜ਼ਿੰਦਗੀ ਦੇ ਵਿੱਚ ਨਹੀਂ ਸੀਗੀਆਂ ਉਹਦੀਆਂ। ਤਾਂ ਉਹਨੂੰ ਫਿਰ ਲੋਕ ਨਾਲ ਦੀ ਨਾਲ ਇਹ ਚੀਜ਼ ਸਮਝ ਲੈਂਦੇ ਵੀ ਤਾਂ ਕਸਰ ਹੋ ਗਈ ਜੀ, ਜਾਂ ਕੋਈ ਉੱਪਰੀ ਝਾਕ ਹੋ ਗਈ ਜੀ, ਅਤੇ ਉਹ ਫਿਰ ਇਹਨਾਂ ਗੱਲਾਂ ਨਾਲ ਲੋਕ ਜੋੜ ਲੈਂਦੇ ਜੀ। ਤਾਂ ਸੋਨੀ ਜੀ, ਤੁਹਾਡੇ ਬਾਰੇ ਮੈਂ ਸੁਣਿਆ ਕਿ ਤੁਸੀਂ ਕਸਰ ਦੇ ਡਾਕਟਰ ਹੋ, ਤੁਸੀਂ ਕਸਰ ਦੇ ਮਰੀਜ਼ਾਂ ਦਾ ਇਲਾਜ ਕਰਦੇ ਹੋ, ਤਾਂ ਕੋਈ ਹਵਾਲਾ ਦੇਣਾ ਚਾਹੋਗੇ? ਤੁਸੀਂ ਇਸ ਤਰ੍ਹਾਂ ਦੇ ਤੁਹਾਡੇ ਕੋਲ ਕੇਸ ਬਹੁਤ ਆਏ ਹੋਣਗੇ ਜਿਹਨੂੰ ਕਿ ਆਪਾਂ ਆਪਣੇ ਦਰਸ਼ਕਾਂ ਨੂੰ ਦੱਸੀਏ ਅਤੇ ਉਹਨਾਂ ਨੂੰ ਕੋਈ ਸਮਝ ਆਵੇ ਕਿ ਅਸਲ ਵਿੱਚ ਇਹ ਕਸਰ ਹੁੰਦੀ ਇਸ ਤਰ੍ਹਾਂ ਦੀ ਹੈ। ਹਾਂਜੀ ਸਰ, ਮੇਰੇ ਕੋਲ ਬਹੁਤ ਸਾਰੇ ਕੇਸ ਆਉਂਦੇ ਨੇ, ਆਏ ਵੀ ਹੁਣ ਤੱਕ, ਮੈਂ ਜਿਵੇਂ ਤੁਹਾਨੂੰ ਦੱਸਿਆ ਵੀ 25 ਸਾਲ ਹੋ ਗਏ। ਅਤੇ ਚਲੋ ਜੇ ਤੁਸੀਂ ਵੀ ਕਿਹਾ ਤਾਂ ਵੈਸੇ ਡਾਕਟਰ ਹੀ ਸਮਝਦੇ ਨੇ ਮੈਨੂੰ, ਪਰ ਮੈਂ ਡਾਕਟਰ ਤਾਂ ਨਹੀਂ ਹਾਂ। ਅਤੇ ਲੇਕਿਨ ਇੱਧਰਲੇ ਪਾਸੇ ਕਿਉਂਕਿ ਪੜ੍ਹਿਆ, ਸਟੱਡੀ ਕੀਤੀ, ਅਧਿਐਨ ਕੀਤਾ,
ਜਿਹੜਾ ਮਨੋਰੋਗ ਦੇ ਉੱਤੇ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ, ਬਹੁਤ ਸਾਰੇ ਮਤਲਬ ਡਾਕਟਰਾਂ ਨਾਲ ਹੋਰ ਨਾਲ ਗੱਲਾਂ ਬਾਤਾਂ ਚੱਲਦੀਆਂ ਰਹੀਆਂ। ਉਹ ਜਿਹੜੇ ਕੇਸ ਸਾਡਾ ਸੁਲਝਾਉਣ ਦਾ ਤਰੀਕਾ ਇੱਕ ਵਿਗਿਆਨਿਕ ਤਰੀਕਾ ਸੀ। ਅਸੀਂ ਕੀ ਕਰਦੇ ਹਾਂ ਕਿ ਅਸੀਂ ਜਦੋਂ ਜਿਹੜੇ ਸੰਬੰਧਿਤ ਵਿਅਕਤੀ ਨੂੰ ਕੋਈ ਇਸ ਤਰ੍ਹਾਂ ਦੀ ਸਮੱਸਿਆ ਹੁੰਦੀ ਹੈ, ਜਿਹਨੂੰ ਕਸਰ ਕਹਿ ਦਿੰਦੇ ਨੇ, ਅਸਰ ਕਹਿ ਦਿੰਦੇ ਨੇ, ਜਾਂ ਕਹਿੰਦੇ ਨੇ ਭੂਤ ਪ੍ਰੇਤ ਚੁੰਬੜਿਆ ਹੈਗਾ, ਅਸੀਂ ਉਹਦੇ ਨਾਲ ਗੱਲਬਾਤ ਕਰਦੇ ਹਾਂ, ਉਹਦੀ ਕਾਉਂਸਲਿੰਗ ਕਰਦੇ ਹਾਂ, ਤੇ ਉਹ ਸਾਰੇ ਪਰਿਵਾਰ ਤੋਂ ਪੂਰਾ ਜਿਹੜਾ ਬਾਇਓਡਾਟਾ ਡਿਟੇਲ ਲੈਂਦੇ ਆ, ਕਿੱਥੋਂ ਸ਼ੁਰੂ ਹੋਈ, ਕਿਵੇਂ ਸ਼ੁਰੂ ਹੋਈ, ਉਸ ਤੋਂ ਪਹਿਲਾਂ ਕੀ ਸੀ, ਸਾਰੀ ਗੱਲ ਮਤਲਬ A to Z ਜਿਹੜੀ ਪੁੱਛਣ ਤੋਂ ਬਾਅਦ ਫਿਰ ਅਸੀਂ ਦੇਖਦੇ ਹਾਂ ਵੀ ਇਹ ਬੰਦਾ ਕਿੱਥੋਂ ਤੇ ਕਿਸ ਸਮੱਸਿਆ ਦਾ ਸ਼ਿਕਾਰ ਹੋਇਆ। ਫਿਰ ਉਹਦੀ ਸਮੱਸਿਆ ਉਹਦੇ ਲੱਭਦੇ ਆ, ਸਮੱਸਿਆ ਲੱਭ ਕੇ ਫਿਰ ਉਹਦਾ ਜਿਹੜਾ ਹੈਗਾ ਉਸ ਆਪਣੇ ਢੰਗ ਨਾਲ ਕਿ ਉਹਨਾਂ ਨੂੰ ਵੀ ਫੀਲ ਨਾ ਹੋਵੇ, ਕਿਸੇ ਨੂੰ ਪਤਾ ਨਾ ਲੱਗੇ, ਤੇ ਉਸ ਜਿਹੜਾ ਮਰੀਜ਼ ਹੈਗਾ ਉਹਨੂੰ ਵੀ ਮਤਲਬ ਕੋਈ ਫੀਲ ਨਾ ਹੋਵੇ। ਫਿਰ ਅਸੀਂ ਆਪਣੇ ਢੰਗ ਨਾਲ ਉਹਦਾ ਕੋਈ ਨਾ ਕੋਈ ਜਿਹੜਾ ਹੱਲ ਜਿਹੜਾ ਸੋਲੂਸ਼ਨ ਲੱਭ ਦਿੰਦੇ ਹਾਂ ਜੀ। ਤੇ ਜਦੋਂ ਉਹਦਾ ਮਸਲੇ ਦਾ ਸਮੱਸਿਆ ਦਾ ਹੱਲ ਹੋ ਜਾਂਦਾ ਉਹ ਠੀਕ ਹੋ ਜਾਂਦਾ, ਆਪਣੇ ਠੀਕ ਹੋ ਜਾਂਦੀ ਹੈ। ਤੇ ਮੈਂ ਚਾਹੂੰਗਾ ਕੋਈ ਹਵਾਲਾ ਤੁਸੀਂ ਕੇਸ ਦਾ ਕਹਿਣਾ ਚਾਹੋਗੇ ਜਿਹੜੇ ਤੁਹਾਡੇ ਕੋਲ ਆਏ ਹੋ? ਇੱਕ ਕਾਫੀ ਚਿਰ ਪਹਿਲਾਂ ਮਤਲਬ ਕੇਸ ਆਇਆ ਇੱਕ ਲੜਕੀ ਬੇਟੀ ਹੈ, ਕੋਈ 25-26 ਸਾਲ ਦੀ ਉਮਰ ਹੈ ਜੀ। ਉਹ ਮੇਰੇ ਕੋਲ ਇੱਥੇ ਲੈ ਕੇ ਆਏ ਸਾਡੇ ਮਨੋਰੋਗ ਕੇਂਦਰ ਦੇ ਵਿੱਚ। ਉਹ ਜਦੋਂ ਲੈ ਕੇ ਉਹਦੇ ਜੁੰਡੇ ਖੁੱਲੇ, ਮਤਲਬ ਕੱਪੜੇ ਮੈਲੇ ਜਿਹੇ ਬਿਲਕੁਲ ਬੇਹਾਲ, ਉਹ ਸਿਰ ਘੁਮਾਉਂਦੀ ਹੁੰਦੀ ਹੈ, ਚੀਕਾਂ ਮਾਰਦੀ ਆਉਂਦੀ ਹੈ, ਤੇ ਉਲਝ ਜਾ ਉਹ ਬੋਲੀ ਜਾਂਦੀ ਹੈ। ਉਹ ਲੈ ਕੇ ਮੇਰੇ ਕੋਲ ਆ ਗਏ, ਉਹਦੇ ਨਾਲ ਉਹਦਾ ਕੁੜੀ ਦਾ ਮੰਮੀ ਡੈਡੀ ਸੀਗੇ, ਤੇ ਆ ਕੇ ਬਹਿ ਕੇ ਜਦੋਂ ਮੈਂ ਉਹਨਾਂ ਨਾਲ ਗੱਲਬਾਤ ਕੀਤੀ, ਕੁੜੀ ਨੂੰ ਅੱਡ ਬਿਠਾਤਾ, ਉਹਨਾਂ ਨੂੰ ਅੱਡ ਬਿਠਾ ਕੇ ਗੱਲਬਾਤ ਮੈਂ ਪੁੱਛੀ, ਤੇ ਉਹ ਕਹਿੰਦੇ ਜੀ ਇਹਨੂੰ ਕੋਈ ਕਸਰ ਹੁੰਦੀ ਹੈ। ਤੇ ਉਹ ਜਦੋਂ ਮਤਲਬ ਸ਼ੁਰੂਆਤ ਦੇ ਵਿੱਚੋਂ ਪੁੱਛਿਆ ਵੀ ਸ਼ੁਰੂਆਤ ਕਿੱਥੋਂ ਹੋਈ, ਉਹ ਕੀ ਸੀ ਕਿ ਉਹ ਪੜ੍ਹਿਆ ਲਿਖਿਆ ਪਰਿਵਾਰ ਸੀ, ਐਮਪਲਾਈ ਸੀਗੇ, ਤੇ 2 ਬੱਚੇ ਸੀ ਉਹਨਾਂ ਦੇ ਜੀ। ਇੱਕ ਉਹ ਬੇਟੀ ਸੀ ਜਿਹਨੂੰ ਕਹਿੰਦੀ ਕਸਰ ਹੁੰਦੀ ਸੀਗੀ, ਇੱਕ ਬੇਟਾ ਸੀਗਾ। ਬੇਟੀ ਵੱਡੀ ਸੀਗੀ, 25-26 ਸਾਲ ਸੀ, ਬੇਟਾ ਛੋਟਾ ਸੀਗਾ ਜੀ। ਉਹ ਕੀ ਹੋਇਆ ਕਿ ਜਦੋਂ ਮੈਂ ਕਿਹਾ ਵੀ ਡਿਟੇਲ 'ਚ ਦੱਸੋ ਵੀ ਤੁਸੀਂ ਸ਼ੁਰੂਆਤ ਕਿੱਥੋਂ ਹੋਈ, ਤਾਂ ਉਹਨਾਂ ਕਿ ਬੇਟੇ ਦਾ ਵਿਆਹ ਕਰ ਲਿਆ ਉਹਨਾਂ ਨੇ। 19-20 ਸਾਲ ਦੀ ਉਮਰ ਜਿਹੜੀ ਦੱਸੀ ਉਹਨਾਂ ਨੇ ਬੇਟੇ ਦੀ, ਵਿਆਹ ਕਰ ਲਿਆ, ਘਰੇ ਬਹੂ ਆ ਗਈ। ਬਹੂ ਆਉਣ ਤੋਂ ਬਾਅਦ ਹੁਣ ਮਹੀਨਾ 2 ਮਹੀਨਾ ਠੀਕ ਠਾਕ ਰਿਹਾ, ਨਵਾਂ ਵਿਆਹ ਹੋਇਆ ਸੀਗਾ, ਖੁਸ਼ੀਆਂ ਚਾਅ ਤੇ ਸਾਰਾ ਕੁਝ ਚੱਲਦਾ ਰਿਹਾ। ਮਹੀਨੇ 2 ਮਹੀਨਿਆਂ ਬਾਅਦ ਕੀ ਹੋਣ ਲੱਗਿਆ ਕਿ ਜਿਹੜਾ ਬਹੂ ਦਾ ਮੇਕਅਪ ਦਾ ਸਮਾਨ ਸੀ, ਉਹ ਇੱਕ ਦਿਨ ਕੀ ਹੋ ਗਿਆ, ਅਚਾਨਕ ਉਹਦੇ ਗਾਇਬ ਹੋ ਗਿਆ। ਉਹ ਡਰੈਸਿੰਗ ਟੇਬਲ 'ਚੋਂ ਗਾਇਬ ਹੋ ਗਿਆ, ਲੱਭਿਆ ਨਹੀਂ। ਉਹ ਆਸੇ ਪਾਸੇ ਪਾਲਿਆ ਪੁਲਿਆ ਕਰਦਿਆਂ ਨੇ ਜੀ, ਪਾਲਿਆ ਪੁਲਿਆ ਤੋਂ ਬਾਅਦ ਨਹੀਂ ਲੱਭਿਆ, ਉਹਨਾਂ ਨੇ ਉਹ ਹੋਰ ਲਿਆਤਾ ਜੀ। ਉਹ ਜਦੋਂ ਦੂਜਾ ਸਮਾਨ ਲਿਆ, ਉਹ ਅਗਲੇ ਦਿਨ ਫਿਰ ਗਾਇਬ ਹੋ ਗਿਆ ਜੀ। ਫਿਰ ਉਹਨਾਂ ਨੂੰ ਮਤਲਬ ਇਸ ਚੀਜ਼ ਦਾ ਪਰੇਸ਼ਾਨ ਹੋ ਗਏ ਵੀ ਇਹ ਤਾਂ ਕੋਈ ਚੱਕਰ ਹੈ, ਉਹੀ ਗੱਲ ਵੀ ਕੋਈ ਕਸਰ ਹੈ ਕੋਈ। ਉਹ ਵੀ ਗਾਇਬ ਹੋ ਗਿਆ। ਅਖੀਰ ਤੀਜੇ ਦਿਨ ਫਿਰ ਲਏ, ਉਹ ਤੀਜੇ ਦਿਨ ਫਿਰ ਗਾਇਬ ਹੋ ਗਿਆ। ਇਸ ਤਰ੍ਹਾਂ ਮਤਲਬ 2-4 ਵਾਰੀ ਸਮਾਨ ਗਾਇਬ ਹੋਣ ਲੱਗ ਗਿਆ। ਤੇ ਫਿਰ ਉਹ ਜਿਹੜੇ ਸੀਗਾ ਮਤਲਬ ਜੇ ਬਹੂ ਦੇ ਕੋਈ ਕੱਪੜੇ ਵਗੈਰਾ ਸੀਗੇ, ਉਹ ਕਦੇ ਕੱਟੇ ਜਾਣੇ, ਕਦੇ ਗੁੰਮ ਹੋ ਜਾਣੇ। ਤੇ ਜਦੋਂ 2-4 ਵਾਰੀ ਇਹ ਘਟਨਾਵਾਂ ਆਈਆਂ, ਫਿਰ ਅਖੀਰ ਜਿੱਥੇ ਸਾਡੇ ਲੋਕ ਜਾਂਦੇ ਨੇ, ਅਖੀਰ ਦੇ ਵਿੱਚ ਇਹਨਾਂ ਤੰਤਰਾਂ ਕੋਲੇ, ਚੇਲਿਆਂ ਕੋਲੇ, ਬਾਬਿਆਂ ਕੋਲੇ, ਪੁੱਛਣ ਕੋਲੇ ਜਾਂਦੇ ਨੇ। ਉਹ ਚਲੇ ਗਏ। ਉਹ ਕਹਿੰਦੇ ਜੀ ਤੁਹਾਡੇ ਘਰੇ ਕਿਸੇ ਚੀਜ਼ ਦਾ, ਪ੍ਰੇਤ ਦਾ, ਭੂਤ ਦਾ ਵਸ ਹੈ, ਉਹ ਹੀ ਸਾਰਾ ਕੁਛ ਕਰ ਰਹੀ ਹੈ। ਹੁਣ ਉਦੋਂ ਤੱਕ ਤਾਂ ਠੀਕ ਸੀ, ਉਦੋਂ ਤੱਕ ਇਕੱਲਾ ਸਮਾਨ ਗੁੰਮ ਹੁੰਦਾ ਸੀਗਾ ਤੇ ਕੱਪੜੇ ਕੁਪੜੇ ਕੱਟੇ ਜਾਂਦੇ ਸੀਗੇ। ਪਰ ਜਦੋਂ ਉਹ ਚੇਲੇ ਕੋਲ ਜਾ ਕੇ ਆਏ ਤੇ ਜਦੋਂ ਕਹਿੰਦਾ ਉਹਨੇ ਮਤਲਬ ਕਹਿੰਦਾ ਵੀ ਤੁਹਾਡੇ ਘਰੇ ਪ੍ਰੇਤ ਦਾ ਵਸ ਹੈ, ਤੇ ਸ਼ਾਮ ਨੂੰ ਫਿਰ ਜਿਹੜੀ ਕੁੜੀ ਸੀ, ਬੇਟੀ ਸੀਗੀ, ਉਹ 'ਚ ਭੂਤ ਬੋਲਣ ਲੱਗ ਗਿਆ ਜੀ, ਚੀਕਾਂ ਮਾਰਨ ਲੱਗ ਗਈ, ਚੀਕਾਂ ਮਾਰਨ ਲੱਗ ਗਈ। ਉਹ ਕਹਿੰਦੇ ਜੀ ਚੱਕ ਕੇ ਉਹਦੇ ਕੋਲ ਲੈ ਗਏ। ਹੁਣ ਜਿਵੇਂ ਇਹਨਾਂ ਦੀ ਇੱਕ ਥਿਊਰੀ ਹੁੰਦੀ ਹੈ, ਜਦੋਂ ਕੋਈ ਇੱਦਾਂ ਦਾ ਮਰੀਜ਼ ਜਾਂਦਾ ਹੈ ਤੇ ਫਿਰ ਇਹਨਾਂ ਦੀ ਇੱਕ ਥਿਊਰੀ ਹੁੰਦੀ ਹੈ, ਪੁੱਛਦਾ ਤੂੰ ਕੌਣ ਹੈ, ਕਿੱਥੋਂ ਆਇਆ, ਕੀ ਮੰਗਦਾ ਹੈ, ਇੱਦਾਂ ਦੇ ਸਵਾਲ ਕਰਦੇ ਹੁੰਦੇ ਜੀ। ਉਹਨੇ ਜਦੋਂ ਪੁੱਛਿਆ ਵੀ ਤੂੰ ਕੌਣ ਹੈ, ਉਹ ਬੋਲਿਆ ਕਹਿੰਦਾ ਮੈਂ ਪ੍ਰੇਤ ਹੈ, ਜਾਂ ਭੂਤ ਹੈ, ਜੋ ਵੀ ਕਿਹਾ ਉਹਨੇ। ਉਸ ਤੋਂ ਬਾਅਦ ਕਹਿੰਦਾ ਵੀ ਤੂੰ ਕੀ ਮੰਗਦਾ ਹੈ? ਉਹ ਕਹਿੰਦਾ ਮੈਨੂੰ ਗੁਲਾਬੀ ਸੂਟ, ਲਾਲ ਚੂੜਾ, 9 ਪਾਰਟਸ ਸੁਰਖੀ, ਬਿੰਦੀ, ਸੰਦੂਰ, ਇਹ ਸਮਾਨ ਚਾਹੀਦਾ। ਉਹਨੇ ਜੀ ਉਹ ਸਾਰਾ ਸਮਾਨ ਉਹਨਾਂ ਦੇ ਘਰਦਿਆਂ ਨੂੰ ਕਹਿ ਕੇ ਮੰਗਵਾ ਲਿਆ। ਮੰਗਵਾ ਕੇ ਤੇ ਆਪਦਾ ਜਿਹੜਾ ਕੋਈ ਉਹਨੇ ਕਰਨਾ ਸੀਗਾ, ਜਿਹੜਾ ਪਖੰਡ ਜਿਹਾ ਕਰਦੇ ਹੁੰਦੇ ਆ, ਕਰਕੇ ਕਹਿੰਦਾ ਜੀ ਐਂ ਕਰੋ, ਉਹਨੂੰ ਚਰਸਤੇ 'ਚ ਰੱਖਿਓ। ਉਹ ਚਰਸਤੇ ਰੱਖੇ। ਉਹ ਰਾਤ ਤਾਂ ਲੰਘ ਗਈ, ਤੜਕੇ ਨੂੰ ਕੁੜੀ ਦਾ ਫਿਰ ਉਹੀ ਹਾਲ। ਫਿਰ ਲੈ ਗਏ ਉਹਦੇ ਕੋਲੇ, ਉਸੇ ਚੇਲੇ ਕੋਲੇ, ਬਾਬੇ ਕੋਲੇ, ਤੰਤਰ ਕੋਲੇ। ਕਹਿੰਦੇ ਜੀ ਇਹ ਤਾਂ ਕੋਈ ਫਰਕ ਨਹੀਂ ਪਿਆ ਜੀ। ਫਿਰ ਉਹਨੇ ਆਪਦਾ ਜਿਹੜਾ ਪਖੰਡ ਜਿਹਾ ਕੀਤਾ। ਪਖੰਡ ਜਿਹਾ ਕਰਨ ਤੋਂ ਬਾਅਦ ਕਹਿੰਦਾ ਜੀ ਇਹ ਤਾਂ ਕੋਈ ਚੀਜ਼ ਤਕੜੀ ਹੈ, ਭਾਰੀ ਚੀਜ਼ ਹੈ, ਮੇਰੇ ਵੱਸ ਨਹੀਂ ਆਉਂਦੀ, ਅਤੇ ਫਲਾਣੇ ਥਾਂ ਮੇਰਾ ਗੁਰੂ ਉਹਦੇ ਕੋਲ ਲੈ ਜਾਓ। ਉੱਥੇ ਤੋਰ ਤੇ ਉਹਨਾਂ ਨੇ ਜੀ। ਉੱਥੇ ਜਾ ਕੇ ਜਦੋਂ ਉਹ ਕੁੜੀ ਨੂੰ ਮਤਲਬ ਫਿਰ ਉਸੇ ਤਰ੍ਹਾਂ ਹੀ ਬੋਲੀ, ਉਹਨੇ ਬੁਲਾਈ ਆਪਦੇ ਢੰਗ ਨਾਲ ਵੀ ਤੂੰ ਕੌਣ ਹੈ, ਕੀ ਮੰਗਦੀ ਹੈ। ਉੱਥੇ ਜਾ ਕੇ ਉਹਨੇ ਉਹੀ ਗੱਲ ਕਿਹਾ, ਕਹਿੰਦੀ ਮੈਨੂੰ ਗੁਲਾਬੀ ਸੂਟ, ਲਾਲ ਚੂੜਾ, 9 ਪਾਰਟਸ ਸੁਰਖੀ, ਬਿੰਦੀ, ਸੰਦੂਰ, ਇਹ ਸਾਰਾ ਕੁਝ ਚਾਹੀਦਾ।
ਉਹਨੇ ਸਮਾਨ ਮੰਗਾ ਲਿਆ ਜੀ, ਉਹ ਸਾਰਾ ਮੰਗਾ ਕੇ ਤੇ ਘਰਦਿਆਂ ਨੂੰ ਮਤਲਬ ਆਪਦਾ ਕੋਈ ਤੰਤਰ ਮੰਤਰ ਜਿਹੜਾ ਪਖੰਡ ਤੰਤਰ ਮੰਤਰ ਤਾਂ ਹੁੰਦਾ ਹੀ ਨਹੀਂ ਗਾ, ਉਹਨੇ ਆਪਦਾ ਪਖੰਡ ਜਿਹਾ ਕੀਤਾ ਕਰਕੇ ਉਹਨਾਂ ਨੂੰ ਕਹਿੰਦਾ ਜੀ ਤੁਸੀਂ ਇਹ ਕਿਸੇ ਸਥਾਨ 'ਤੇ ਉਹਨੇ ਕਹਿਤਾ ਵੀ ਉੱਥੇ ਚੜਾਇਆ ਉਹ ਜਾ ਕੇ ਜੀ, ਉੱਥੇ ਚੜਾਇਆ। ਉਹ ਰਾਤ ਟੱਪ ਗਈ ਥੋੜ੍ਹੀ ਸੌਖੀ, ਅਗਲੇ ਦਿਨ ਕੁੜੀ ਦਾ ਫਿਰ ਉਹੀ ਹਾਲ। ਯਾਨੀ ਇਹ ਸਿਲਸਿਲਾ ਉਹਨਾਂ ਦਾ ਸਰ ਚੱਲ ਪਿਆ ਜੀ, ਔਰ ਲੰਬਾ ਸਮਾਂ ਚੱਲਦਾ ਰਿਹਾ। ਇੱਕ ਤੋਂ ਦੂਜੇ ਤੰਤਰ ਕੋਲੇ, ਦੂਜੇ ਬਾਬੇ ਕੋਲੇ, ਦੂਜੇ ਚੇਲੇ ਕੋਲੇ ਜਾਂਦੇ ਰਹੇ। ਉਹੀ ਚੀਜ਼ ਜਿਹੜੀ ਸੀ ਉਹ ਬਾਰ-ਬਾਰ ਰਿਪੀਟ ਹੁੰਦੀ ਰਹੀ। ਗੁਲਾਬੀ ਸੂਟ ਤੇ ਚੂੜਾ ਤੇ ਸਾਰਾ ਸਮਾਨ ਉਹ ਕੋਈ ਚੁਰਾਸਤੇ 'ਤੇ ਰਖਾ ਦਿਆ ਕਰੇ, ਕੋਈ ਕਿਸੇ ਸਥਾਨ 'ਤੇ ਰਖਾ ਦਿਆ ਕਰੇ, ਕੋਈ ਕੁਛ ਕਰਾ ਦਿਆ ਕਰੇ ਉਹਨੂੰ ਲਿਆ ਕੇ। ਉਹਨਾਂ ਦਾ ਕਿਤੇ ਮਸਲਾ ਨਾ ਹੱਲ ਹੋਇਆ ਜੀ। ਅਖੀਰ ਉਹਨਾਂ ਨੇ ਕਿਸੇ ਨੇ ਕਹਿਤਾ ਯਾਰ ਤਰਖਿਲ ਸੋਸਾਇਟੀ ਵਾਲੇ ਹੈਗੇ ਆ, ਇੱਦਾਂ ਦੇ ਕੇਸ ਹੱਲ ਕਰਦੇ ਆ, ਤੁਸੀਂ ਉਹਨਾਂ ਕੋਲ ਚਲੇ ਜਾਓ, ਤੁਹਾਡਾ ਮਸਲਾ ਹੱਲ ਕਰ ਦੇਣਗੇ। ਉਹ ਕੇਸ ਸਰ ਮੇਰੇ ਕੋਲੇ ਆ ਗਿਆ ਤੇ ਉਹ ਜਦੋਂ ਫਿਰ ਆ ਕੇ ਸਾਰੀ ਗੱਲਬਾਤ ਮੈਂ ਪੁੱਛੀ, ਡਿਟੇਲ ਕੱਢੀ ਤਾਂ ਮੈਂ ਸਮਝ ਗਿਆ। ਮੈਂ ਕਿਹਾ ਵੀ ਕੇਸ ਕੁੜੀ ਬਿਲਕੁਲ ਠੀਕ ਹੋ ਜਾਊਗੀ, ਕੋਈ ਇਹਨੂੰ ਕਸਰ ਨਹੀਂ ਹੋਣੀ, ਕੋਈ ਝੂਠ ਨਹੀਂ ਬੋਲਣਾਗਾ, ਤੁਹਾਨੂੰ ਕੰਮ ਕਰਨਾ ਪਊਗਾ। ਕਹਿੰਦੇ ਜੀ ਦੱਸੋ ਕੀ? ਮੈਂ ਕਿਹਾ ਵੀ ਜਿਹੜਾ ਇਹ ਗੁਲਾਬੀ ਸੂਟ, ਚੂੜਾ, 9 ਪਾਰਸ, ਸੁਰਖੀ, ਬਿੰਦੀ, ਸੰਦੂਰ, ਜਿਹੜਾ ਸਾਰਾ ਕੁਝ ਸਮਾਨ ਮੰਗਦੀ ਹੈ ਜਿਹੜੀ ਚੀਜ਼ ਇਹ, ਉਹ ਤੁਹਾਨੂੰ ਲਿਆਉਣਾ ਪਊਗਾ। ਉਹ ਕਹਿੰਦੇ ਸਰ ਅਸੀਂ ਤਾਂ ਘੱਟੋ ਘੱਟ 10-12 ਵਾਰੀ ਲਿਆ ਚੁੱਕੇ ਹਾਂ, ਕਿਤੇ ਅਸੀਂ ਚੁਰਸਦੇ ਰੱਖੇ, ਕਿਤੇ ਅਸੀਂ ਕੁਛ ਕਰੇ, ਜਿਵੇਂ ਜਿਵੇਂ ਕਹੀ ਗਏ। ਹੁਣ ਤੁਸੀਂ ਵੀ ਕਹਿੰਦੇ ਉਹੀ ਕੁਛ ਮੰਗੀ ਜਾਂਦੇ ਹੋ, ਪਰ ਚਲੋ ਕੋਈ ਗੱਲ ਨਹੀਂ, ਸਾਡੀ ਕੁੜੀ ਠੀਕ ਹੋਣੀ ਚਾਹੀਦੀ ਹੈ ਤੇ ਤੁਸੀਂ ਕਹੋਗੇ ਅਸੀਂ ਲਿਆ ਦਿੰਦੇ ਹਾਂ। ਤੇ ਕਹਿੰਦੇ ਐਂ ਦੱਸੋ ਵੀ ਉਹ ਲਿਆ ਕੇ ਕਰਨਾ ਕੀ, ਧਰਨਾ ਕਿੱਥੇ? ਮੈਂ ਕਿਹਾ ਮੇਰੀ ਗੱਲ ਸੁਣ ਲਓ ਪਹਿਲਾਂ ਪੂਰੀ ਚੰਗੀ ਤਰ੍ਹਾਂ। ਮੈਂ ਕਿਹਾ ਜਿਹੜਾ ਗੁਲਾਬੀ ਸੂਟ ਹੈ ਇਹ ਕੁੜੀ ਨੂੰ ਪਾਉਣਾ, ਚੂੜਾ ਕੁੜੀ ਨੂੰ ਪਾਉਣਾ, ਸਾਰਾ ਸਮਾਨ ਜਿਹੜਾ ਹੈਗਾ ਮੇਕਅਪ ਦਾ ਕੁੜੀ ਨੂੰ ਲਾਉਣਾ। ਉਹ ਕਹਿੰਦੇ ਕੀ ਖਾਸ ਗੱਲ ਨਹੀਂ, ਅੱਜ ਹੀ ਲੱਗੇ ਸੀ ਤਾਂ ਪਵਾ ਦਿੰਦੇ ਹਾਂ। ਮੈਂ ਕਿਹਾ ਮੇਰੀ ਗੱਲ ਸੁਣ ਲਓ ਪਹਿਲਾਂ ਪੂਰੀ। ਜਿਹੜਾ ਉਹ ਸਾਰਾ ਸਮਾਨ ਹੈ, ਸੂਟ ਕੁੜੀ ਨੂੰ ਪਾਉਣਾ ਹੈ, ਜਿਹੜਾ ਚੂੜਾ ਹੈਗਾ ਉਹ ਕੁੜੀ ਨੂੰ ਪਾਉਣਾ ਹੈ, 9 ਪਾਰਸ ਸੁਰਖੀ ਬਿੰਦੀ ਲਾਉਣੀ ਹੈ। ਪਰ ਜਿਹੜਾ ਸੰਦੂਰ ਮੰਗਦੀ ਹੈ ਨਾ ਚੀਜ਼, ਇਹ ਸੰਦੂਰ ਕੁੜੀ ਦੀ ਮਾਂਗ 'ਚ ਭਰਨਾ ਹੈ, ਮੱਥੇ 'ਚ ਭਰਨਾ ਹੈ। ਇਹ ਕੋਈ 25-26 ਸਾਲ ਦਾ ਨੌਜਵਾਨ ਮੁੰਡਾ ਭਰੇ। ਸਰ ਉਹਨੂੰ ਝਟਕਾ ਲੱਗਿਆ ਇੱਕਦਮ ਮੇਰੇ ਕੋਲ, ਮਤਲਬ ਉਹ ਦੇਖੇ ਵੀ ਹੱਥ ਬਣ ਕੇ ਕਹਿੰਦੇ ਅਸੀਂ ਕਹਿੰਦੇ ਗੱਲ ਸਮਝ ਗਏ। ਮੈਂ ਕਿਹਾ ਸਮਝ ਗਏ? ਕਹਿੰਦੇ ਹਾਂਜੀ। ਮੈਂ ਪੂਰੀ ਤਰ੍ਹਾਂ ਸਮਝ ਗਿਆ? ਕਹਿੰਦੇ ਹਾਂਜੀ। ਮੈਂ ਫਿਰ ਇਹ ਤਾਂ ਤੁਹਾਨੂੰ 4-5 ਸਾਲ ਪਹਿਲਾਂ ਹੀ ਸਮਝਣੀ ਚਾਹੀਦੀ ਸੀ। ਜੀ। ਹੁਣ ਉੱਥੇ ਹੋਇਆ ਕੀ ਸਰ? ਉਹਦੇ ਪਿੱਛੇ ਰੀਜ਼ਨ ਸੀ, ਕਾਰਨ ਕੀ ਸੀਗਾ? ਮੁੰਡਾ ਛੋਟਾ ਸੀ, ਕੁੜੀ ਵੱਡੀ ਸੀ। ਮੁੰਡਾ ਵਿਆਹ ਲਿਆ, ਉਹ ਤਾਂ ਐਂ ਹੋ ਗਿਆ ਵੀ ਘਰੇ ਬਹੂ ਆਊਗੀ, ਕੰਮ ਧੰਦਾ ਕਰੂਗੀ, ਪੋਤਾ ਪੋਤੀ ਖੜਾਵਾਂਗੇ। ਕੁੜੀ ਵੇਲੇ ਕਿਸੇ ਨੇ ਧਿਆਨ ਨਹੀਂ ਦਿੱਤਾ। ਉਹ ਜਿਹੜਾ ਹੁਣ ਮਹੀਨਾ ਕੁ ਤਾਂ ਮਤਲਬ ਉਹਨਾਂ ਦਾ ਵਧੀਆ ਲੰਘ ਗਿਆ, ਨਵੇਂ ਚਾਅ ਦੇ ਵਿੱਚ ਲੰਘ ਗਿਆ। ਭਰਜਾਈ ਆਈ ਸੀ। ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਹੁਣ ਮਤਲਬ ਭਰਾ ਭਰਜਾਈ ਘਰ 'ਚ ਫਿਰਦੀ ਹੈ, ਹੱਸਦੇ ਖੇਡਦੇ ਆ, ਖਾਂਦੇ ਪੀਂਦੇ ਆ, ਘੁੰਮਦੇ ਫਿਰਦੇ ਆ, ਬਾਜ਼ਾਰ ਜਾਂਦੇ ਆ, ਤਾਂ ਹੌਲੀ ਹੌਲੀ ਮਤਲਬ ਉਸ ਲੜਕੀ ਦੇ, ਉਸ ਕੁੜੀ ਦੇ ਵੀ ਦਿਮਾਗ ਦੇ ਵਿੱਚ ਇਹ ਚੀਜ਼ ਬੈਠਣ ਲੱਗ ਗਈ ਵੀ ਮੈਂ ਵੀ ਇੱਦਾਂ ਖੁਸ਼ੀਆਂ ਮਨਾਵਾਂ, ਚੰਗੇ ਚੰਗੇ ਕੱਪੜੇ ਪਾਵਾਂ, ਹੋਰ ਜਿਹੜਾ ਸਾਰਾ ਕੁਛ ਮਤਲਬ ਹੌਲੀ ਹੌਲੀ ਉਹ ਚੀਜ਼ ਬੈਠਣ ਲੱਗ ਗਈ। ਅਤੇ ਬੈਠਣ ਤੋਂ ਬਾਅਦ ਕੀ ਹੋਇਆ ਕਿ ਉਹਨੂੰ ਫਿਰ ਭਰਜਾਈ ਦੇ ਨਾਲ ਅਤੇ ਭਰਜਾਈ ਦੇ ਸਮਾਨ ਨਾਲ ਖਿਝ ਹੋਣ ਲੱਗ ਗਈ। ਉਹਨੂੰ ਚੀਜ਼ਾਂ ਭੈੜੀਆਂ ਲੱਗਣ ਲੱਗ ਗਈਆਂ, ਕਿਉਂਕਿ ਉਹਦੀਆਂ ਆਪਦੀਆਂ ਇੱਛਾਵਾਂ ਜਿਹੜੀਆਂ ਸੀਗੀਆਂ ਉਹ ਪ੍ਰਬਲ ਹੋ ਗਈਆਂ। ਹੁਣ ਇੱਕ ਕੁੜੀ ਹੋਣ ਦੇ ਨਾਤੇ ਇਹ ਤਾਂ ਕਹਿ ਨਹੀਂ ਸਕਦੀ ਵੀ ਮਤਲਬ ਮੈਨੂੰ ਵੀ, ਮੇਰਾ ਵੀ ਵਿਆਹ ਕਰੋ। ਪਰ ਉਹਦੀ ਅੰਦਰੋਂ ਅੰਦਰੀ ਜਿਹੜੀਆਂ ਸੀਗੀਆਂ ਇੱਛਾਵਾਂ ਪ੍ਰਬਲ ਹੁੰਦੀਆਂ ਗਈਆਂ, ਇੱਛਾਵਾਂ ਮਤਲਬ ਜ਼ਿਆਦਾ ਦਿਮਾਗ 'ਤੇ ਚੜ੍ਹਦੀਆਂ ਗਈਆਂ ਉਹਦੇ ਲਿਆ ਕੇ, ਅਤੇ ਫਿਰ ਉਹਨੂੰ ਸਮਾਨ ਨਾਲ ਖਿਝ ਹੋਣ ਲੱਗ ਗਿਆ, ਸਮਾਨ ਗਾਇਬ ਕਰਨ ਲੱਗ ਗਏ। ਪਰ ਜਦੋਂ ਉਹ ਤੰਤਰ ਕੋਲੇ ਚਲੇ ਗਏ ਤੇ ਤੰਤਰਿਕ ਨੇ ਮਤਲਬ ਜਿਹੜਾ ਸੀਗਾ ਉਹਨੂੰ ਕਹਿਤਾ ਵੀ ਤੁਹਾਡੇ ਘਰੇ ਤਾਂ ਪ੍ਰੇਤ ਦਾ ਵਸ ਹੈ, ਭੂਤ ਦਾ ਵਸ ਹੈ। ਤਾਂ ਹੁਣ ਕੁੜੀ ਨੂੰ ਪਤਾ ਲੱਗ ਜੋ ਘਰੇ ਆ ਕੇ ਗੱਲ ਕੀਤੀ ਉਹਨਾਂ ਨੇ ਵੀ ਆਪਣੇ ਘਰ ਦਾ ਕੋਈ ਪ੍ਰੇਤ ਹੈ, ਬੜੀ ਤਕੜੀ ਚੀਜ਼ ਹੈ, ਉਹਦਾ ਵਸ ਹੈਗਾ। ਤਾਂ ਉਹਦਾ ਫਿਰ ਦਿਮਾਗ ਉੱਧਰ ਨੂੰ ਉਹ ਚੀਜ਼ ਚਲਾ ਗਿਆ। ਤਾਂ ਉਹ ਜਿਹੜਾ ਗੁਲਾਬੀ ਸੂਟ, ਲਾਲ ਚੂੜਾ ਤੇ ਸਾਰਾ ਕੁਝ ਜਿਹੜਾ ਸਮਾਨ ਮੰਗਦੀ ਸੀ, ਉਹਦੀਆਂ ਆਪਦੀਆਂ ਅੰਦਰਲੀਆਂ ਇੱਛਾਵਾਂ ਦਬੀਆਂ ਜਿਹੜੀਆਂ ਕਿ ਉਸ ਰੂਪ ਦੇ ਵਿੱਚੋਂ ਪ੍ਰਗਟ ਕਰ ਰਹੀ ਸੀ ਵੀ ਮੈਨੂੰ ਆਹ ਸਮਾਨ ਚਾਹੀਦਾ। ਸਿੱਧਾ ਕਹਿੰਦੀ ਜੋ ਇੱਛਾਵਾਂ ਪ੍ਰਗਟ ਕਰ ਰਹੀ ਸੀ। ਪਰ ਉਹ ਨਾ ਤਾਂ ਉਹਦੇ ਮਾਪੇ ਸਮਝੇ, ਨਾ ਉਹ ਤੰਤਰਕ ਸਮਝੇ। ਤੰਤਰਿਕ ਨੇ ਆਪਣੇ ਢੰਗ ਨਾਲ ਦੇਖਿਆ, ਉਹਨੇ ਆਪਣੇ ਢੰਗ ਨਾਲ ਦੇਖਿਆ, ਠੀਕ ਹੈ, ਉਹਨੇ ਆਪਣੇ ਢੰਗ ਨਾਲ ਇਲਾਜ ਕਰਨ ਦੀ ਕੋਸ਼ਿਸ਼ ਕੀਤੀ। ਲੇਕਿਨ ਜਦੋਂ ਉਹ ਮੇਰੇ ਕੋਲ ਆਇਆ ਕੇਸ ਤੇ ਉਹਨੇ ਗੱਲਬਾਤ ਕੀਤੀ ਤਾਂ ਮੈਂ ਪਹਿਲੀ ਦੇ ਵਿੱਚ ਹੀ ਸਮਝ ਗਿਆ ਵੀ ਮਸਲਾ ਤਾਂ ਆਹ ਹੈਗਾ। ਤੁਸੀਂ ਬਿਲਕੁਲ ਉਹਨੂੰ ਵਿਗਿਆਨਕ ਢੰਗ ਨਾਲ ਤੁਸੀਂ ਉਹਨੂੰ ਜਦੋਂ ਜੀ ਤੇ ਮਸਲਾ ਤਾਂ ਆਹ ਹੈਗਾ ਵੀ ਇੱਥੇ। ਫਿਰ ਮੈਂ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ, ਮੈਂ ਕਿਹਾ ਜੀ ਉਹ ਜਦੋਂ ਕਹਿੰਦੀ ਵੀ ਅਸੀਂ ਸਮਝ ਗਏ ਜੀ, ਪਰ ਕਹਿੰਦੇ ਸਰ ਹੁਣ ਕਹਿੰਦੇ ਅਸੀਂ ਕਰੀਏ ਕਿ ਸਾਡੀ ਕੁੜੀ ਦਾ 6 ਮਹੀਨੇ ਹੋ ਗਏ, ਮਤਲਬ 7 ਮਹੀਨੇ ਹੋ ਗਏ ਇਸ ਹਾਲਤ ਨੂੰ। ਸਾਡੇ ਰਿਸ਼ਤੇਦਾਰਾਂ 'ਚ ਹੋਰ ਲੋਕਾਂ 'ਚ ਆਲੇ ਦੁਆਲੇ 'ਚ ਇਹ ਚੀਜ਼ ਦਾ ਮਤਲਬ ਹੋ ਚੁੱਕਿਆ ਹੈਗਾ ਵੀ ਭਾਈ ਕੁੜੀ ਦਾ ਭੂਤ ਚੁੰਬੜਿਆ ਹੈ, ਕੁੜੀ ਨੂੰ ਪਾਗਲ ਹੈ, ਕੁੜੀ ਇਹ ਆ ਉਹ ਆ, ਸਾਰਾ ਕੁਛ ਹੋ ਗਿਆ। ਕਹਿੰਦੇ ਹੁਣ ਇਹਦਾ ਮਸਲਾ ਹੱਲ ਕਿਵੇਂ ਹੋਊਗਾ ਜੀ? ਮੈਂ ਕਿਹਾ ਮੇਰੀ ਜ਼ਿੰਮੇਵਾਰੀ ਹੈ। ਕੁੜੀ ਇੱਥੋਂ ਬਿਲਕੁਲ ਨਾਰਮਲ ਹੋ ਕੇ ਜਾਊਗੀ ਔਰ ਨਾਰਮਲ ਰਹੂਗੀ।
ਚਲੋ ਉਹ ਬੇਟੀ ਪੜ੍ਹੀ ਲਿਖੀ ਸੀਗੀ ਕੁੜੀ, ਮੈਂ ਉਹਨਾਂ ਨੂੰ ਬਾਹਰ ਭੇਜਤਾ, ਕੁੜੀ ਨੂੰ ਬਿਠਾਇਆ, ਫਿਰ ਉਹਨਾਂ ਦੀ ਮੈਂ ਕਾਉਂਸਲਿੰਗ ਕੀਤੀ, ਕੁੜੀ ਨਾਲ ਗੱਲਬਾਤ ਕੀਤੀ, ਸਾਰਾ ਕੁਝ ਕੀਤਾ, ਲਿਆ ਕੇ ਉਹਨੂੰ ਸਮਝਾਇਆ, ਮੈਂ ਕਿਹਾ ਕਿ ਵੀ ਬੇਟਾ ਤੇਰੇ ਮਸਲੇ ਜੋ ਵੀ ਸਮੱਸਿਆਵਾਂ ਨੇ, ਉੱਦਾਂ ਮੈਂ ਡਾਇਰੈਕਟਲੀ ਨਹੀਂ ਦੱਸਿਆ ਉਹਨੂੰ, ਉੱਦਾਂ ਕਿ ਵੀ ਤੇਰੀਆਂ ਜੋ ਵੀ ਸਮੱਸਿਆਵਾਂ ਨੇ ਮੇਰੀ ਗਰੰਟੀ ਹੈ ਮਹੀਨੇ 2 ਮਹੀਨੇ 'ਚ ਹੱਲ ਹੋ ਜਾਣੀਆਂ, ਬਟ ਤੁਹਾਨੂੰ ਮਤਲਬ ਅੱਜ ਤੋਂ ਬਾਅਦ ਨਾਰਮਲ ਰਹਿਣਾ ਪੈਣਾ ਬਿਲਕੁਲ। ਇਹ ਕਾਉਂਸਲਿੰਗ ਕਰਨ ਤੋਂ ਬਾਅਦ ਘੰਟਾ ਡੇਢ ਘੰਟਾ ਕਾਉਂਸਲਿੰਗ ਕੀਤੀ, ਕੁੜੀ ਉਦੋਂ ਬਿਲਕੁਲ ਨਾਰਮਲ ਹੋ ਗਈ। ਜਿਹਨੂੰ ਚੀਕਾਂ ਮਾਰਦੇ ਲਿਆਏ ਸੀਗੇ, ਜੁੰਡੇ ਖਿਲਾਰਦੇ, ਸਿਰ ਘੁਮਾਉਂਦੀ ਆਈ ਸੀਗੀ, ਆਰਾਮ ਨਾਲ ਗੱਲਾਂ ਬਾਤਾਂ ਕਰਨ ਲੱਗ ਗਈ। ਪਰਿਵਾਰ ਨੂੰ ਬਿਠਾ ਕੇ ਕੋਲੇ ਜਦੋਂ ਗੱਲਾਂ ਬਾਤਾਂ ਕਰਾਈਆਂ, ਉਹ ਵੀ ਹੈਰਾਨ ਰਹਿ ਗਏ ਵੀ ਇਹ ਤਾਂ ਮਿੰਟਾਂ ਦੇ ਵਿੱਚ ਹੀ ਮਤਲਬ ਸਾਰਾ ਕੁਝ ਠੀਕ ਹੋ ਗਿਆ ਜੀ। ਬਿਲਕੁਲ। ਬਾਕੀ ਤੁਹਾਨੂੰ ਸੋਨੀ ਜੀ, ਮੈਂ ਤੁਹਾਡੀ ਜਿਹੜੀ ਆ ਸਟੋਰੀ ਸੁਣੀ ਹੈ, ਤੁਹਾਨੂੰ ਨਹੀਂ ਲੱਗਦਾ ਇਹ ਤੇ ਕਿਤੇ ਨਾ ਕਿਤੇ ਸਾਡਾ ਜਿਹੜਾ ਸਮਾਜਿਕ ਤਾਣਾ ਬਾਣਾ ਉਹ ਵੀ ਦੋਸ਼ੀ ਹੈ? ਬਿਲਕੁਲ, ਕਿਉਂਕਿ ਸਾਡਾ ਸਮਾਜਿਕ ਤਾਣਾ ਬਾਣਾ ਕੁਝ ਇਸ ਤਰ੍ਹਾਂ ਦਾ ਬਣ ਗਿਆ ਹੈ ਕਿ ਮਤਲਬ ਜੇ ਹੁਣ ਲੜਕੀ ਹੈ, ਲੜਕੀ ਹੋਣ ਦੇ ਨਾਤੇ ਉਹਨੂੰ ਇਜਾਜ਼ਤ ਨਹੀਂ ਹੈ ਸਾਡੇ ਸਮਾਜ ਦੇ ਵਿੱਚ ਵੀ ਆਪਣੀ ਗੱਲ ਨੂੰ ਖੁੱਲ੍ਹ ਕੇ ਉਹ ਰੱਖ ਸਕੇ ਕਿ ਹਾਂ, ਜਿਵੇਂ ਇੱਕ ਲੜਕੇ ਦੀ ਇੱਛਾ ਹੁੰਦੀ ਹੈ, ਜਿਵੇਂ ਹੁਣ ਵਿਆਹ ਦੀ ਉਮਰ ਹੁੰਦੀ ਹੈ ਤਾਂ ਲੜਕੇ ਆਮ ਤੌਰ ਤੇ ਕਹਿੰਦੇ ਕਿ ਹਾਂ ਅਸੀਂ ਵਿਆਹ ਕਰਾਉਣਾ, ਠੀਕ ਹੈ ਨਾ। ਲੜਕੀਆਂ ਨੂੰ ਆਮ ਤੌਰ ਤੇ ਥੋੜਾ ਜਿਹਾ ਇਦਾਂ ਹੁੰਦੀ ਹੈ, ਔਰ ਇੰਨੀ ਖੁੱਲ੍ਹ ਵੀ ਨਹੀਂ ਹੁੰਦੀ। ਜਦੋਂ ਲੜਕੀਆਂ ਨੂੰ ਮਤਲਬ ਜਿੰਨਾ ਪਰਿਵਾਰ ਹਰ ਪਰਿਵਾਰ 'ਚ ਹਰੇਕ ਨਹੀਂ ਹੁੰਦਾ, ਲੇਕਿਨ ਜਦੋਂ ਉਹ ਸਮਾਜਿਕ ਤਾਣੇ ਬਾਣੇ ਦੇ ਬੰਦਿਸ਼ਾਂ ਦੇ ਵਿੱਚ ਨਹੀਂ ਰਹਿਣਗੀਆਂ, ਮੇਰਾ ਖਿਆਲ ਹੈ ਕਿ ਇਹ ਬਿਮਾਰੀਆਂ ਆਪਣੇ ਆਪ ਹੀ ਇਹ ਜਿਹੜੀਆਂ ਉਹ ਘਟਦੀਆਂ ਰਹਿਣਗੀਆਂ। ਇਹ ਜਿਹੜੇ ਰੋਗ ਨੇ ਆਪਣੇ ਆਪ ਹੀ ਜਿਹੜੀਆਂ ਸਮੱਸਿਆਵਾਂ, ਤੁਹਾਨੂੰ ਨਹੀਂ ਲੱਗਦਾ ਜਿਉਂ-ਜਿਉਂ ਆਪਣਾ ਸਮਾਜਿਕ ਤਾਣਾ ਬਾਣਾ ਤਰੱਕੀ ਕਰੂਗਾ, ਐਡਵਾਂਸ ਹੋਊਗਾ, ਇਹ ਬਿਮਾਰੀਆਂ ਆਪਣੇ ਆਪ ਹੀ ਨਿਕਲ ਜਾਣਗੀਆਂ? ਬਿਲਕੁਲ। ਔਰ ਆਪਾਂ ਦੇਖਦੇ ਵੀ ਆ ਪਹਿਲਾਂ ਬਹੁਤ ਜ਼ਿਆਦਾ ਹੁੰਦੀਆਂ ਸੀ ਇਹ ਘਟਨਾਵਾਂ, ਹੁਣ ਬਹੁਤ ਘਟ ਗਈਆਂ। ਹਾਂ, ਬਹੁਤ ਜ਼ਿਆਦਾ ਘੱਟ ਨੇ ਹੁਣ ਸਰ। ਇਹੀ ਸਾਡੇ ਮਤਲਬ ਸਮਾਜ ਦਾ ਜਿਹੜਾ ਸਮਾਜ ਦੇ ਵਿੱਚ ਜੋ ਆਪਾਂ ਸਟਾਰਟਿੰਗ ਦੀ ਗੱਲ ਕੀਤੀ ਹੈ ਕਿ ਉਹ ਜਿਹੜਾ ਪ੍ਰੈਸ਼ਰ ਹੈ, ਇੱਕ ਮੈਂ ਸਰ ਮੈਂ ਤੁਹਾਨੂੰ ਇੱਥੇ ਹੋਰ ਦੱਸਣੀ ਚਾਹੂੰਗਾ ਕਿ ਜਿੰਨੇ ਹੁਣ ਤੱਕ ਸਾਡੇ ਕੋਲ ਕੇਸ ਆਏ ਹੈ, ਪ੍ਰੈਕਟੀਕਲੀ ਮੇਰੇ ਆਪ ਦਾ ਪ੍ਰੈਕਟੀਕਲੀ ਹੈ, ਉਹ 'ਚ 99% ਦੀਆਂ ਕਸਰਾਂ, ਭੂਤਾਂ, ਪ੍ਰੇਤਾਂ, ਇਹ ਉਹ ਸਾਰਾ ਕੁਛ ਹੈਗਾ, ਇਹ ਲੇਡੀਜ਼ ਨੂੰ ਹੁੰਦੀ ਹੈ। ਕੋਈ ਇੱਕ ਅੱਧਾ ਕੇਸ ਮੇਰੇ ਕੋਲ ਜਿਹੜਾ ਮੁੰਡੇ ਦਾ, ਕਿਸੇ ਦਾ ਜਾਂ ਜੈਂਟਸ ਦਾ ਆਇਆ ਹੈਗਾ, ਅਤੇ ਉਹਦੇ ਪਿੱਛੇ ਵੀ ਕੋਈ ਖਾਸ ਕਾਰਨ ਨਹੀਂ ਹੁੰਦਾ ਗਾ, ਲੇਕਿਨ 99% ਜਿਹੜੀ ਲੇਡੀਜ਼ ਦੇ ਕੇਸ ਮੇਰੇ ਕੋਲ। ਜ਼ਿਆਦਾਤਰ ਕੀ ਕਾਰਨ ਸਮਝਦੇ ਹੋ? ਕੀ ਕਾਰਨ ਜਿੱਦਾਂ ਇੱਦਾਂ ਹੀ ਵੀ ਕਿਸੇ ਨਾ ਕਿਸੇ ਪਾਸਿਓਂ, ਕਿਉਂਕਿ ਜਿਹੜੀ ਲੇਡੀਜ਼ ਹੈ, ਔਰਤ ਹੈ, ਔਰਤ ਦੀ ਜਿੱਦਾਂ ਤੁਸੀਂ ਗੱਲ ਕੀਤੀ ਹੈਗੀ ਸਾਡੇ ਸਮਾਜ ਦੀ ਔਰਤ ਦੀ ਜਿਹੜੀ ਸਥਿਤੀ ਹੈ, ਉਹ ਸ਼ੁਰੂ ਤੋਂ ਲੈ ਕੇ ਹੀ ਅਤੇ ਅੱਜ ਵੀ ਕੋਈ ਬਹੁਤੀ ਵਧੀਆ ਨਹੀਂ ਹੈ। ਬੰਦਿਸ਼ਾਂ ਬਹੁਤ ਨੇ। ਔਰਤ ਜਿਹੜੀ ਹੈ ਹਮੇਸ਼ਾ ਉਹ ਦਿਮਾਗੀ ਪ੍ਰੈਸ਼ਰ ਦੇ ਵਿੱਚ ਰਹਿੰਦੀ ਆ, ਚਾਹੇ ਉਹ ਹਾਊਸ ਵਾਈਫ ਹੈ, ਚਾਹੇ ਉਹ ਮਤਲਬ ਇੰਪਲਾਈਜ਼ ਹੈ, ਕੰਮ ਕਰਦੀ ਹੈ ਕਿਤੇ ਵੀ। ਅੱਛਾ, ਜਿਹੜੀ ਕੰਮ ਕਰਦੀ ਹੈ ਉਹ 'ਤੇ ਡਬਲ ਪ੍ਰੈਸ਼ਰ ਪੈਂਦਾ ਹੈਗਾ, ਦਫ਼ਤਰ ਦਾ ਹੋ ਗਿਆ, ਕਾਰੋਬਾਰ ਦਾ ਹੋ ਗਿਆ, ਫਿਰ ਉਹਨੇ ਆ ਕੇ ਘਰ ਦਾ ਪ੍ਰੈਸ਼ਰ ਹੋ ਗਿਆ ਉਹਦੇ ਲਿਆ ਕੇ, ਠੀਕ ਹੈ ਜੀ। ਉਸ ਤੋਂ ਇਲਾਵਾ ਜੇ ਘਰੇ ਵੀ ਹੈਗੀ ਹੈ, ਮਤਲਬ ਲੇਡੀਜ਼ ਘਰੇ ਹੀ ਕੰਮ ਕਰਦੀ ਹੈ, ਨਹੀਂ ਕਿਤੇ ਨੌਕਰੀ ਕਰਦੀ, ਹੋਰ ਕਰਦੀ, ਤਾਂ ਉਹਦੇ 'ਤੇ ਸਾਰਾ ਦਿਨ ਪਰਿਵਾਰ ਦਾ ਅਤੇ ਹੋਰ ਦਾ ਸਾਰਾ ਮਤਲਬ ਪ੍ਰੈਸ਼ਰ ਹੈ। ਅੱਛਾ, ਤੁਸੀਂ ਦੱਸਿਆ ਕਿ ਕੰਮਕਾਜੀ ਔਰਤਾਂ ਨੂੰ ਵੀ ਇਹ ਪ੍ਰੋਬਲਮ ਆ। ਤੁਹਾਡੇ ਕੋਲ ਕੋਈ ਇੱਦਾਂ ਦਾ ਕੇਸ ਆਇਆ, ਕੋਈ ਇੰਪਲਾਈਜ਼ ਜਾਂ ਕੋਈ ਕੰਮਕਾਜੀ ਔਰਤ ਨੂੰ ਇਹ ਪ੍ਰੋਬਲਮ ਹੋਈ ਹੋਵੇ? ਹਾਂਜੀ, ਅਕਸਰ ਇੱਦਾਂ ਦੇ ਕੇਸ ਆਉਂਦੇ ਰਹਿੰਦੇ ਨੇ ਕਈ ਵਾਰੀ, ਪਰ ਉਹਦੇ 'ਚ ਇੱਕ ਚੀਜ਼ ਜ਼ਰੂਰ ਆਈ ਹੈਗੀ ਹੈ ਵੀ ਜਿੱਦਾਂ ਦਾ ਹੁਣ ਸਾਡਾ ਪ੍ਰਚਾਰ ਸੁਸਾਇਟੀ ਦਾ ਹੈ, ਉੱਦਾਂ ਦੀ ਕਈ ਮਤਲਬ ਲੇਡੀਜ਼ ਕੁੜੀਆਂ ਸਾਡੀਆਂ ਬੱਚੀਆਂ ਨਾ ਵੈਸੇ ਸੰਪਰਕ ਕਰ ਲੈਂਦੀਆਂ, ਜੇ ਉਹਨਾਂ ਨੂੰ ਕਿਸੇ ਦਾ ਇਸ ਤਰ੍ਹਾਂ ਦਿਮਾਗੀ ਤੌਰ 'ਤੇ ਕੋਈ ਪ੍ਰੈਸ਼ਰ ਹੋਵੇ ਜਾਂ ਹੋਰ ਹੋਵੇ, ਜਾਂ ਉਹਨਾਂ ਨੂੰ ਇੱਦਾਂ ਦਾ ਕੁਛ ਲੱਗਦਾ ਹੋਵੇ, ਤਾਂ ਉਹ ਨਿਕਲ ਜਾਂਦੀ ਸਮੱਸਿਆ, ਹੱਲ ਕਰ। ਇਹੀ ਕਸਰ ਹੁੰਦੀ ਹੈ, ਇਹੀ ਅਸਰ ਹੁੰਦਾ ਹੈ, ਇਹੀ ਭੂਤ ਹੁੰਦਾ ਹੈ, ਹੋਰ ਭੂਤ ਇਸ ਤੋਂ ਇਲਾਵਾ ਕੁਛ ਨਹੀਂ ਹੈ? ਇਸ ਤੋਂ ਇਲਾਵਾ ਕੁਛ ਨਹੀਂ ਗਾ ਜੀ। ਉਹ ਕੋਈ ਤਰ੍ਹਾਂ ਦੀ ਸਮੱਸਿਆ ਤੁਹਾਡੀ ਜ਼ਿੰਦਗੀ ਦੇ ਹੁਣ ਤੱਕ ਦੇ ਤਜਰਬੇ ਮੁਤਾਬਕ ਕੋਈ ਭੂਤ ਕੁਛ ਨਹੀਂ ਹੁੰਦਾ? ਬਿਲਕੁਲ ਨਹੀਂ ਸਰ। ਮੈਂ ਜਿਵੇਂ ਹੁਣ ਕੇਸ ਦਾ ਹਵਾਲਾ ਦੇ ਕੇ ਹਟਿਆਗਾ ਕਿ ਉਹ ਉਸ ਅੱਛਾ, ਇੱਕ ਸਰ ਮੈਂ ਹੋਰ ਦੱਸਦਾ ਕਿ ਇਹ ਬਹੁਤ ਪੁਰਾਣੀ ਗੱਲ ਹੈ, ਔਰ ਉਸ ਟਾਈਮ ਦੇ 'ਚ ਉਸ ਪਰਿਵਾਰ ਨੇ ਦੱਸਿਆ ਸੀ, ਕਹਿੰਦੇ ਵੀ ਅਸੀਂ ਤਕਰੀਬਨ ਕਹਿੰਦੇ 50,000 ਰੁਪਏ ਲਾਤਾ, ਯਾਨੀ ਇਹ ਮੰਨ ਲਓ ਵੀ 20-25 ਸਾਲ ਪਹਿਲਾਂ ਤੋਂ 50,000 ਦੀ ਵੈਲਿਊ ਕੀ ਸੀਗੀ, ਅਤੇ ਅੱਜ ਉਹ ਕਿੰਨਾ ਰੁਪਈਆ ਬਰਬਾਦ ਕੀਤਾ ਉਹਨਾਂ ਨੇ। ਨਿਕਲਿਆ ਉਹਦੇ ਵਿੱਚੋਂ ਸਿਰਫ ਇਹੀ ਕੁਛ ਸੋਚ ਪਰਿਵਾਰ ਦੀ ਨਿਕਲੀ ਵੀ ਬੇਟੀ 25-26 ਸਾਲ ਦੀ ਹੋ ਗਈ ਹੈ, ਠੀਕ, ਉਹਦੇ ਪਾਸੇ ਨੂੰ ਧਿਆਨ ਨਹੀਂ ਦਿੱਤਾ ਗਾ, ਬੇਟਾ ਛੋਟਾ ਸੀਗਾ, 18-20 ਸਾਲ ਦਾ ਬੇਟਾ ਸੀਗਾ, ਵਿਆਹ ਲਿਆ ਉਹਨਾਂ ਨੇ, ਉਹਦੇ ਵਿੱਚੋਂ ਜਿਹੜੀ ਹੁੱਕ ਭੂਤ ਪੈਦਾ ਹੋ ਗਈ, ਪ੍ਰੇਤ ਪੈਦਾ ਹੋ ਗਈ। ਤਾਂ ਸੋਨੀ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਇੰਨੀ ਵਧੀਆ ਜਾਣਕਾਰੀ ਸਾਨੂੰ ਦਿੱਤੀ ਕਿ ਅਸਲ 'ਚ ਇੱਕ ਅਸਰ ਕੀ ਹੁੰਦੀ ਹੈ, ਅਸਰ ਕੀ ਹੁੰਦਾ, ਭੂਤ ਕੀ ਹੁੰਦੇ ਨੇ। ਤਾਂ ਦੋਸਤੋ, ਅਸੀਂ ਇਸ ਵਿਸ਼ੇ ਨਾਲ ਸੰਬੰਧਿਤ ਹੋਰ ਜਾਣਕਾਰੀਆਂ ਵੀ ਤੁਹਾਨੂੰ ਆਪਣੇ ਅਗਲੇ ਸੈਸ਼ਨ 'ਚ, ਅਗਲੀ ਵੀਡੀਓ 'ਚ ਦੇਵਾਂਗੇ। ਮਿਲਦੇ ਹਾਂ ਅਗਲੀ ਵੀਡੀਓ 'ਚ, ਤਦ ਤੱਕ ਲਈ ਨਮਸਕਾਰ, ਸਤਿ ਸ਼੍ਰੀ ਅਕਾਲ।